ਇੱਕ ਵਾਰੀ ਫਿਰ ਸਭ ਨੂੰ ਜੈ ਮਸੀਹ ਦੀ ਜੈ ਮਸੀਹ ਦੀ, ਜੈ ਮਸੀਹ ਦੀ, ਜੈ ਮਸੀਹ ਦੀ। ਵਾਹ ਜੀ, ਆਪਣਾ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਹਾਲੇਲੂਇਆ ਜੀ। ਅੱਜ ਆਪਾਂ ਇੱਕ ਟੌਪਿਕ ਹੈ ਜੀ, ਹਾਂਜੀ, ਬਾਈਬਲ ਸਟੱਡੀ ਆਪਾਂ ਕਰ ਰਹੇ ਹਾਂ ਜੀ। ਇੱਕ ਟੌਪਿਕ ਹੈ ਇੱਕ ਮਸੀਹੀ ਦੇ ਵਾਸਤੇ, ਜੋ ਮਸੀਹੀ ਆਪਣੇ ਜੀਵਨ ਗੁਜ਼ਾਰ ਰਿਹਾ ਆ, ਮਸੀਹੀ ਆ, ਵਿਸ਼ਵਾਸੀ ਆ, ਉਹਦੇ ਵਿੱਚ ਬਾਈਬਲ ਆਪਾਂ ਨੂੰ ਵਚਨ ਕੀ ਦੱਸਦੀ ਹੈਗੀ ਆ ਡਾਈਵੋਰਸ ਦੇ ਵਾਸਤੇ, ਤਲਾਕ ਦੇ ਵਾਸਤੇ, ਹੈ ਨਾ। ਅਤੇ ਜਿਹੜਾ ਛੜਾ ਹੋ ਜਾਂਦਾ, ਬਾਈਬਲ ਅੱਜ ਕੱਲ੍ਹ ਇਹ ਵੀ ਬਹੁਤ ਹੋ ਰਿਹਾ ਦੁਨੀਆ ਦੇ ਵਿੱਚ, ਚਾਹੇ ਕੋਈ ਵਿਸ਼ਵਾਸੀ ਹੈ ਚਾਹੇ ਕੋਈ ਨਹੀਂ ਵਿਸ਼ਵਾਸੀ ਹੈ। ਅਤੇ ਇਹਦੇ ਵਿੱਚ ਕੀ ਇੱਕ ਮਸੀਹੀ ਦੇ ਵਾਸਤੇ ਤਲਾਕ ਅਲਾਉਡ ਹੈਗਾ ਆ? ਅਗਰ ਹੈ ਤਾਂ ਕਿਸ ਹਾਲਾਤ ਦੇ ਵਿੱਚ, ਕਿਸ ਕੰਡੀਸ਼ਨ 'ਤੇ ਅਲਾਉਡ ਹੈ ਕੋਈ? ਅਤੇ ਇਹਦੇ ਬਾਰੇ ਗੱਲਬਾਤ। ਹਾਲੇਲੂਇਆ, ਜੈ ਮਸੀਹ ਦੀ ਜੀ। ਹਾਲੇਲੂਇਆ। ਦੇਖੋ ਜੀ, ਇਹ ਵਾਕਈ ਇਹ ਨਾ ਸਿਰਫ ਹੋਰ ਕੌਮਾਂ ਵਿੱਚ ਸਾਰੇ ਮਨੁੱਖ ਨੇ। ਹਾਂਜੀ। ਸੋ ਸਾਡੇ ਆਪਣੇ ਬਿਲੀਵਰਸ, ਕ੍ਰਿਸਚੀਅਨਸ, ਜਿਨ੍ਹਾਂ ਨੇ ਆਪਣੇ ਪਾਪਾਂ ਦਾ ਪਛਤਾਵਾ ਕੀਤਾ, ਪ੍ਰਭੂ ਯਿਸੂ ਨੂੰ ਕਬੂਲ ਕਰ ਲਿਆ, ਪਰ ਉਹਨਾਂ 'ਚ ਵੀ ਇਹ ਕੰਮ ਬੜੇ ਹੋਣਦੇ ਨੇ। ਦੇਖੋ, ਇਹ ਸਵਾਲ ਕਾਫੀ ਵੱਡਾ ਹੈ, ਲੇਕਿਨ ਅਸੀਂ ਇੰਝ ਕਰਨੇ ਆ ਕਿ ਜਦੋਂ ਰੱਬ ਨੇ ਉਤਪਤੀ ਜਾਂ ਬੁੱਕ ਆਫ ਜੈਨੇਸਿਸ ਜਾਂ ਕੀ ਕਹਿ ਲਓ ਪੈਦਾਇਸ਼ ਦੇ ਵਿੱਚ ਕੀ ਕੀਤਾ, ਉਹਨੇ ਆਦਮ ਤੇ ਹਵਾ ਨੂੰ ਬਣਾਇਆ। ਸੋ ਅਸੀਂ ਇੱਕ ਚੀਜ਼ ਦੇਖ ਲਈਏ ਕਿ ਜਦੋਂ ਉਹ ਇਨਸਾਨ ਆਦਮ ਤੇ ਹਵਾ ਨੂੰ ਉਹਨੇ ਬਣਾਇਆ, ਠੀਕ ਹੈ, ਔਰ ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਬਾਗੇ ਅਦਨ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਉਹਨੇ ਦੋ ਅਦਾਰੇ ਜਾਂ ਇੰਸਟੀਟਿਊਸ਼ਨਸ, ਉਹਨੂੰ ਕੀ ਕਹੋਗੇ, ਇੰਸਟੀਟਿਊਸ਼ਨਸ, ਅਦਾਰੇ ਉਹਨੇ ਕਾਇਮ ਕੀਤੇ, ਠੀਕ ਹੈ। ਉਹਨੇ ਕਾਇਮ ਕੀਤੇ ਕਿਹੜਾ? ਇੱਕ ਤੇ ਸ਼ਾਦੀ ਦਾ, ਮੀਆਂ ਬੀਵੀ, ਕੋਈ ਗਰਲਫ੍ਰੈਂਡ ਬਾਏਫ੍ਰੈਂਡ ਨਹੀਂ, ਮੀਆਂ ਬੀਵੀ ਦਾ। ਤੇ ਦੂਜਾ ਜਿਹੜਾ ਅਦਾਰਾ ਹੈ ਜਾਂ ਇੰਸਟੀਟਿਊਸ਼ਨ ਹੈ, ਉਹ ਉਹਨੇ ਬੱਚਿਆਂ ਦੀ ਪਰਵਰਿਸ਼ ਦੇ ਬਾਰੇ 'ਚ, ਹੈ ਨਾ, ਇਹ ਬਣਾਇਆ। ਹੁਣ ਇਹ ਉਹਨੇ ਆਪ ਬਣਾਇਆ ਰੱਬ ਨੇ। ਸੋ ਸਵਾਲ ਇਹ ਵੇ ਕਿ ਪਹਿਲੀ ਚੀਜ਼ ਇਹ ਦੇਖ ਲਈਏ ਕਿ ਰੱਬ ਜਦੋਂ ਕੋਈ ਚੀਜ਼ ਬਣਾਉਂਦਾ ਹੈ, ਉਹਦੇ ਵਿੱਚ ਗਵਾਹ ਬਣ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਮਲਾਕੀ 2:14 ਤੇ 15 ਦੇ ਵਿੱਚ ਅਸੀਂ ਦੇਖੀਏ ਕਿ ਇਹ ਜਦੋਂ ਰੱਬ ਕਿਸੇ ਨੂੰ ਜੋੜਦਾ ਹੈ, ਮਸੀਹੀ ਦੀ ਗੱਲ ਹੈ, ਤੇ ਅਸਲੀ ਵਿਟਨੈਸ ਉਹ ਹੁੰਦਾ ਹੈ। ਉਹਨ 'ਤੇ ਦੁਨਿਆਵੀ ਤੌਰ 'ਤੇ ਲੋਕ ਖਲੋਤੇ ਹੁੰਦੇ ਨੇ ਸਾਈਨ ਕਰਨ ਲਈ, ਲੇਕਿਨ ਉਹ ਵਿੱਚ ਗਵਾਹ ਪੈ ਜਾਂਦਾ। ਇੱਕ ਗੱਲ ਯਾਦ ਰੱਖੋ, ਮਤਲਬ ਅਸੀਂ ਜਦੋਂ ਵਿਆਹ ਹੁੰਦਾ ਆ ਜੀ, ਰੱਬ ਦੇ ਸਾਹਮਣੇ ਉਹ ਅਸੀਂ ਗਵਾਹੀ ਦਿੰਦੇ ਹਾਂ ਵੀ ਅਸੀਂ ਹਸਬੈਂਡ ਵਾਈਫ ਹਾਂ ਜੀ, ਤੇ ਉਹਦੇ ਸਾਹਮਣੇ ਅਸੀਂ ਕਮਿਟ ਕਰਦੇ ਹਾਂ ਆਪਣੇ ਆਪ ਨੂੰ, ਇਸ ਲਈ ਕਿ ਇਹ ਬਣਾਉਣ ਵਾਲਾ ਉਹੀ ਹੈ, ਕਰਕੇ ਉਹਦੀ ਇੱਛਾ ਹੈ, ਉਹਦਾ ਹੀ ਇੱਛਾ ਹੈ। ਇਸ ਲਈ ਇਹ ਹੋਇਆ ਕਿ ਚਲੋ ਥੋੜ੍ਹਾ ਜਿਹਾ ਪਿੱਛੇ ਉਤਪੁੱਤ ਉਹਦੀ 2 ਦੀ ਤੇ 18 ਦੇ ਵਿੱਚ ਕਹਿੰਦਾ ਹੈ ਕਿ ਆਦਮ ਦਾ, ਬਾਬੇ ਆਦਮ ਦਾ ਇਕੱਲਾ ਰਹਿਣਾ ਚੰਗਾ ਨਹੀਂ, ਮੈਂ ਇਹਦੇ ਵਰਗਾ, ਇਹਦਾ ਸਾਥੀ ਇੱਕ ਇਹੋ ਜਿਹਾ ਬਣਾਵਾਂਗਾ, ਕਿਉਂਕਿ ਇਹਦਾ ਇਕੱਲਾ ਰਹਿਣਾ ਚੰਗਾ ਨਹੀਂ। ਸੋ ਇਹ ਰੱਬ ਦਾ ਆਈਡੀਆ ਹੈ, ਰੱਬ ਦਾ ਪਲਾਨ ਹੈ, ਔਰ ਬਣਾਉਣ ਵਾਲਾ ਉਹੀ ਹੈ। ਯਾਨੀ ਕਿ ਅਸੀਂ ਵੇਖਦੇ ਹਾਂ ਕਿ ਜਦੋਂ ਉਤਪਤੀ ਉਹਦੀ ਬੁੱਕ ਆਫ ਜੈਨੇਸਿਸ ਪੈਦਾਇਸ਼ 1:26 ਦੇ ਵਿੱਚ ਵੇਖੋ ਕਿ ਆਓ ਅਸੀਂ, ਹੁਣ ਰੱਬ ਕੌਣ? ਪਿਤਾ, ਪੁੱਤਰ, ਪਵਿੱਤਰ ਆਤਮਾ ਕਹਿ ਰਹੇ, ਉਹ ਕਹਿ ਰਿਹਾ ਆਓ ਅਸੀਂ ਇਹ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਈਏ, ਸੂਰਤ ਛਵੀ 'ਤੇ ਬਣਾਈਏ, ਤੇ ਉਹਨਾਂ ਨੂੰ ਨਰ ਤੇ ਨਾਰੀ ਬਣਾਈਏ। ਸੋ ਆਦਮ ਨੂੰ ਪਹਿਲੇ ਅਸੀਂ ਵੇਖਦੇ ਹਾਂ ਕਿ ਹੁਣ ਹਵਾਲੇ ਬੜੇ ਨੇ, ਲੇਕਿਨ ਰੈਫਰੈਂਸ ਦੇਈ ਜਾਂਦੇ ਆ। ਉਤਪੁੱਤ ਉਹਦੀ 2:17 'ਚ ਉਹਨੇ ਜ਼ਮੀਨ ਦੀ ਮਿੱਟੀ ਲਈ, ਉਹਨੂੰ ਗੁੰਨਿਆ। ਅੱਛਾ, ਬੜੇ ਮਜ਼ੇ ਦੀ ਗੱਲ ਹੈ ਕਿ ਇਸ ਤੋਂ ਪਹਿਲੇ ਸਾਰਾ ਉਹ ਸ਼ਬਦ ਬੋਲਦਾ ਗਿਆ, ਸ਼ਬਦ ਨਾਲ ਬਣਾਉਂਦਾ ਗਿਆ, ਸ਼ਬਦ ਨਾਲ ਉਹਨੇ ਸ਼ਬਦ ਬੋਲਿਆ ਜਾਂ ਕੀ ਕਹਿ ਲਓ ਵਚਨ ਬੋਲਿਆ, ਔਰ ਉਹ ਸਾਰਾ ਕੁਛ ਹੁੰਦਾ ਰਿਹਾ। ਇੱਥੇ ਜਦੋਂ, ਅੱਛਾ, ਇਹ ਵੀ ਥੋੜ੍ਹੀ ਜਿਹੀ ਇੱਕ ਹਿੰਟ ਹੈ ਕਿ ਰੱਬ ਨੇ ਜਿਹੜਾ ਸ਼ਬਦ ਨਾਲ ਬਣਾਇਆ, ਉਹਦੇ ਵਿੱਚ ਉਹ ਐਲੋਹੀਮ ਦੇ ਪ੍ਰਕਾਸ਼ ਵਿੱਚ ਆਇਆ।
ਯਾਨੀ ਬਾਕੀ ਇਨਸਾਨ ਤੋਂ ਪਹਿਲੇ ਸਾਰੀ ਸ੍ਰਿਸ਼ਟੀ ਉਹਨੂੰ ਐਲੋਹੀਮ, ਉਹ ਵੀ ਪਿਤਾ ਪੁੱਤਰ ਪਵਿੱਤਰ ਆਤਮਾ। ਲੇਕਿਨ ਜਦੋਂ ਆਦਮ ਨੂੰ ਬਣਾਉਣ ਲੱਗ ਪਿਆ ਤੇ ਉਦੋਂ ਉਹ ਆਇਆ ਕਿਹੜੇ ਪ੍ਰਕਾਸ਼ ਵਿੱਚ? ਯਾਹਵੇ, ਲਾਰਡ ਗੋਡ। ਹੁਣ ਇਹ ਸ਼ੈਤਾਨ ਫਰਿਸ਼ਤੇ ਤੇ ਇਨਸਾਨ ਤੋਂ ਬਣਨ ਦੇ ਪਹਿਲੀ ਸ੍ਰਿਸ਼ਟੀ ਉਹਨੂੰ ਯਾਹਵੇ ਦੇ ਪ੍ਰਕਾਸ਼ ਵਿੱਚ ਨਹੀਂ ਜੇ ਜਾਣਦੀ, ਖੁਦਾਵੰਦ ਖੁਦਾ ਦੇ ਪ੍ਰਕਾਸ਼ ਵਿੱਚ ਨਹੀਂ ਜਾਣਦੀ। ਇਸ ਲਈ ਕਿ ਉਹਨੇ ਖੁਦ ਆਪਣੇ ਉਂਗਲਾਂ ਨਾਲ, ਹੱਥਾਂ ਨਾਲ ਬੰਦੇ ਨੂੰ ਬਣਾਇਆ ਤੇ ਉਹਦੇ ਫਿਰ ਸਾਹ ਫੂਕ ਦਿੱਤਾ। ਅੱਛਾ, ਜਿਹੜੀ ਕਿ ਉਤਪੁੱਤ ਪੈਦਾਇਸ਼ ਜੈਨਸਿਸ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਪਹਿਲੇ ਉਹਨਾਂ ਦੀਆਂ ਆਤਮਾਵਾਂ ਬਣਾ ਚੁੱਕਿਆ ਸੀ। ਆਦਮ ਦੇ ਅੰਦਰ ਹੀ ਹਵਾ ਸੀ, ਤੇ ਜਦੋਂ ਅਸੀਂ ਵੇਖਦੇ ਹਾਂ ਕਿ ਫਿਰ ਉਹਨੂੰ ਇੱਕ ਨੀਂਦ ਦੇ ਦਿੰਦਾ, ਉਹਨੂੰ ਨੀਂਦ ਆ ਜਾਂਦੀ ਹੈ, ਉਹਦੀ ਪਸਲੀ ਵਿੱਚੋਂ ਇੱਕ ਪਸਲੀ ਕੱਢ ਕੇ ਉਹਨੇ ਹਵਾ ਬਣਾ ਦਿੱਤੀ। ਤੇ ਜਦੋਂ ਬਣਾ ਕੇ ਉਹਦੇ ਕੋਲ ਲਿਆਇਆ ਆਦਮ ਕੋਲ, ਤੇ ਉਹ ਆਦਮ ਨੇ ਵੇਖਿਆ, ਉਹ ਕਹਿੰਦਾ ਓਏ ਮੇਰੀ ਹੱਡੀਆਂ ਵਿੱਚੋਂ ਹੱਡੀ ਤੇ ਮੇਰੇ ਮਾਸ ਵਿੱਚੋਂ ਮਾਸ ਹੈ। ਠੀਕ ਹੈ। ਅੱਛਾ, ਇਹ ਅਸੀਂ ਵੇਖਦੇ ਹਾਂ ਕਿ ਇਹ ਤੇ ਉਹਨੇ ਬਣਾ ਦਿੱਤਾ। ਹੁਣ ਨਾਲ ਉਹਨੇ ਚੂੰਕਿ ਕ੍ਰਿਸਚਨ ਮੈਰਿਜ ਦੀ ਗੱਲ ਹੋ ਰਹੀ ਹੈ, ਸਾਰਿਆਂ ਦੇ ਮਾਂ ਪਿਓ ਉੱਥੇ ਹੀ ਨੇ, ਆਦਮ ਹਵਾ ਤੋਂ ਹੀ ਚੱਲੇ ਨੇ, ਚਾਹੇ ਉਹ ਕੋਈ ਵੀ ਧਰਮ ਹੈ। ਆਪਾਂ ਧਰਮ ਦੀ ਤੇ ਗੱਲ ਨਹੀਂ ਕਰਦੇ, ਮਨੁੱਖਤਾ ਦੀ ਗੱਲ ਕਰ ਰਹੇ ਹਾਂ। ਤੇ ਅਸੀਂ ਇਹ ਵੇਖਦੇ ਹਾਂ ਕਿ ਇਹ ਹਵਾ ਜਿਹੜੀ ਹੈ ਇਹ ਸਾਰੇ ਜਿਉਂਦਿਆਂ ਦੀ ਮਾਂ ਹੈ। ਮਿਸਾਲ ਦੇ ਤੌਰ ਤੇ ਕਿ ਇਹ ਆਦਮ ਨੇ ਲਿਖਿਆ ਹੈ ਕਿ ਉਤਪਤੀ 3:20 ਪੈਦਾਇਸ਼ ਜੈਨਸਿਸ 3:20 ਚ ਲਿਖਿਆ, ਆਦਮ ਨੇ ਹਵਾ ਨਾ ਰੱਖਿਆ ਆਪਣੀ ਬੀਵੀ ਦਾ, ਖੁਦਾ ਨੇ ਨਹੀਂ ਸੀ ਰੱਖਿਆ। ਸੋ ਕਿਉਂ ਰੱਖਿਆ? ਕਿਉਂਕਿ ਸਭ ਜੀਂਦਿਆਂ ਦੀ ਮਾਂ ਹੈ। ਕੋਈ ਇਨਸਾਨ ਕਿਸੇ ਬੰਦਰ ਤੋਂ ਨਹੀਂ ਆਇਆ। ਡਾਰਵਨ ਥਿਊਰੀ ਵੀ ਉਹ ਫੇਲ ਹੋ ਗਈ। ਸੋ ਸਾਰੇ ਇੱਥੋਂ ਹੀ ਆਏ ਜੇ, ਇਹ ਵੱਖਰੀ ਗੱਲ ਹੈ। ਐਨੀਵੇ ਇਹ ਜਿੰਦਿਆਂ ਦੀ ਮਾਂ ਹੈ। ਅੱਛਾ ਜੀ, ਹੁਣ ਜਦੋਂ ਖੁਦਾ ਨੇ ਇਹਨਾਂ ਨੂੰ ਜੋੜਿਆ, ਇਹ ਬਣਾਇਆ, ਜਿੱਥੇ ਖੁਦਾ ਕਿਸੇ ਚੀਜ਼ ਨੂੰ ਬਣਾਉਂਦਾ ਉਹ ਨੇਮ ਬਣਿਆ ਜਾਂਦਾ, ਕਵਨੈਂਟ ਹੋ ਜਾਂਦਾ। ਜਿਸ ਤਰ੍ਹਾਂ ਮਲਾਕੀ 2:14 ਪੜ੍ਹੀ ਸੀ ਆਪਾਂ ਨੇ, ਨਹੀਂ ਪੜ੍ਹਿਆ? ਅੱਛਾ ਜੀ, ਪੜ੍ਹ ਦਿਓ। ਤੇ ਇਹ ਇੱਥੇ ਥੋੜ੍ਹੀ ਜਿਹੀ ਇੱਕ ਬੇਸਿਕ ਸਮਝ ਲਈਏ। ਹਾਂ, ਮਲਾਕੀ 2:14 ਤੇ 15 ਦੇ ਵਿੱਚ ਲਿਖਿਆ ਹੈ ਜੀ, ਤਾਂ ਤੁਸੀਂ ਇਹ ਵੀ ਪੁੱਛਦੇ ਹੋ ਕਿ ਪ੍ਰਭੂ ਨੇ ਤੁਹਾਡੀ ਭੇਂਟ ਸਵੀਕਾਰ ਕਿਉਂ ਨਹੀਂ ਕੀਤੀ? ਹਾਂਜੀ, ਇਸ ਦਾ ਉੱਤਰ ਹੈ ਕਿਉਂਕਿ ਤੂੰ ਆਪਣੀ ਜਵਾਨੀ ਦੇ ਵਿੱਚ ਵਿਆਹੀ ਹੋਈ ਪਤਨੀ ਨਾਲ ਵਿਸ਼ਵਾਸਘਾਤ ਕੀਤਾ ਜੀ। ਬੇਸ਼ੱਕ ਉਹ ਤੇਰੀ ਸਾਥਣ ਸੀ ਅਤੇ ਪ੍ਰਭੂ ਦੇ ਸਾਹਮਣੇ ਉਸ ਨਾਲ ਕੀਤੀ ਪ੍ਰਤਿਗਿਆ ਨੂੰ ਤੋੜਿਆ ਹੈ। ਪ੍ਰਭੂ ਦੇ ਸਾਹਮਣੇ ਕੀਤੀ ਪ੍ਰਤਿਗਿਆ ਨੂੰ ਤੋੜਿਆ ਹੈ, ਗਵਾਹ ਵਿਟਨੈਸ ਹੋ ਗਏ। ਹਾਂ, ਪਰ ਤੂੰ ਉਸ ਨਾਲ ਵਫਾਦਾਰ ਰਹਿਣ ਦੇ ਪ੍ਰਤਿਗਿਆ ਪ੍ਰਭੂ ਦੇ ਸਾਹਮਣੇ ਕੀਤੀ ਸੀ। ਹਾਂਜੀ, ਤੇ 15 ਵਿੱਚ ਲਿਖਿਆ ਹੈ, ਕੀ ਪ੍ਰਭੂ ਪਰਮੇਸ਼ਰ ਨੇ ਤੁਹਾਡੇ ਦੋਹਾਂ ਨੂੰ ਇੱਕ ਤਨ ਨਹੀਂ ਬਣਾਇਆ ਸੀ? ਕੀ ਉਸਨੇ ਤੁਹਾਨੂੰ ਇਸ ਲਈ ਇੱਕ ਨਹੀਂ ਕੀਤਾ ਸੀ ਕਿ ਤੁਸੀਂ ਇਹੋ ਜਿਹੀ ਸੰਤਾਨ ਜਨਮੋ ਜੋ ਪਰਮੇਸ਼ਵਰ ਦੀ ਸੱਚੀ ਭਗਤ ਹੋਵੇ। ਸੋ ਤੁਸੀਂ ਸਭ ਧਿਆਨ ਰੱਖੋ ਕਿ ਤੁਹਾਡੇ ਵਿੱਚੋਂ ਕੋਈ ਵੀ ਇਸ ਨੇਮ ਨਾ ਤੋੜੇ। ਸੋ ਇੱਕ ਤੇ ਮੀਆਂ ਬੀਵੀ, ਉਹਦੇ ਚ ਰੱਬ ਦੱਸ ਰਿਹਾ ਮੈਂ ਵਿੱਚ ਹਾਂ, ਜਿੱਥੇ ਰੱਬ ਹੈ ਉੱਥੇ ਨੇਮ ਹੈ। ਇੱਕ ਗੱਲ ਯਾਦ ਰੱਖਣੀ ਹੈ ਕਿ ਰੱਬ ਦਾ ਨੇਮ ਜਾਂ ਕਵਨੈਂਟ ਜਾਂ ਅਹਿਦ ਕਦੀ ਨਹੀਂ ਟੁੱਟਦਾ। ਨਾ ਤਾਂ ਕੋਈ ਰਿਸ਼ਤੇਦਾਰ, ਮਾਂ ਪਿਓ, ਨਾ ਕੋਈ ਚਾਚਾ ਮਾਮਾ, ਨਾ ਜੱਜ, ਨਾ ਕੋਈ ਉਹਨੇ ਡਿਗਰੀ ਦਿੱਤੀ ਹੈ, ਉਹ ਨੇਮ ਨਹੀਂ ਟੁੱਟਦਾ ਕਿਉਂਕਿ ਉਹ ਰੱਬ ਦਾ ਨੇਮ ਹੈ। ਇਹਦੇ ਲਈ 16ਵੀਂ ਜਿਹੜਾ ਤੁਸੀਂ ਪੜ੍ਹਨੀ ਕਹਿ ਦਿਓ, ਪੜ੍ਹ ਦਿਓ। ਬਿਲਕੁਲ ਜੀ, ਕਮਾਲ ਹੈ, ਇਹ ਤਾਂ ਹੋਰ ਮਜ਼ਾ ਆ ਜਾਣਾ। ਹਾਂਜੀ, 16ਵੀਂ ਆਇਤ ਦੇ ਵਿੱਚ ਲਿਖਿਆ ਹੈ, ਇਹ ਮਲਾਕੀ 2:16। ਹਾਂਜੀ, ਮੈਂ ਤਲਾਕ ਤੋਂ ਘਿਰਣਾ ਕਰਦਾ ਹਾਂ। ਹਾਂਜੀ, ਇਜ਼ਰਾਈਲ ਦਾ ਪ੍ਰਭੂ ਪਰਮੇਸ਼ਰ ਕਹਿੰਦਾ ਹੈ, ਮੈਂ ਇਸ ਗੱਲ ਤੋਂ ਘਿਰਣਾ ਕਰਦਾ ਹਾਂ ਜਦੋਂ ਤੁਹਾਡੇ ਵਿੱਚੋਂ ਕੋਈ ਵੀ ਇਹੋ ਜਿਹੀ ਘਟੀਆ ਗੱਲ ਆਪਣੀ ਪਤਨੀ ਨਾਲ ਕਰਦਾ ਹੈ। ਸੋ ਤੁਸੀਂ ਸਭ ਧਿਆਨ ਰੱਖੋ ਕਿ ਤੁਹਾਡੇ ਵਿੱਚੋਂ ਕੋਈ ਆਪਣੀ ਪਤਨੀ ਨਾਲ ਵਿਸ਼ਵਾਸਘਾਤ
ਕਰਕੇ ਆਪਣੀ ਉਸ ਨਾਲ ਕੀਤੀ ਪ੍ਰਤਿਗਿਆ ਨੂੰ ਨਾ ਤੋੜੇ, ਮਤਲਬ ਗੱਲ ਹੀ ਮੁਕਾ ਦਿੱਤੀ। ਬਿਲਕੁਲ। ਅੱਛਾ, ਹੁਣ ਇਹ ਪੁਰਾਣੇ ਨੇਮ ਦੀ ਹੈ, ਚਲੋ ਕੋਈ ਨਵੇਂ ਨੇਮ ਦੇ ਵੀ ਕੁਝ ਪੜ੍ਹ ਦਈਏ। ਇਫਸੀਆਂ 5 ਦੀ 31 ਲਿਖ ਲਓ, ਪਹਿਲੇ ਮੱਤੀ ਲਿਖ ਲਓ। ਮੱਤੀ ਪਹਿਲੇ ਤੇ ਇਹ ਲਿਖੋ ਉਤ ਪੁੱਤ ਜਿਹਦਾ ਜ਼ਿਕਰ ਕੀਤਾ ਹੈ ਜੀ, ਹਾਂਜੀ, ਉਹ ਆਪਾਂ 2 ਦੀ 24 'ਚ ਇਹ ਕਿਸ ਤਰ੍ਹਾਂ ਉਹਨੇ ਹਵਾ ਨੂੰ ਬਣਾਇਆ, ਠੀਕ ਹੈ। ਫਿਰ ਉਹਦੇ ਬਾਅਦ ਮੱਤੀ 19 ਦੀ 5 ਆਏ ਤੇ ਫਿਰ ਉਹਦੇ ਬਾਅਦ ਇਫਸੀਆਂ 5 ਦੀ 31, ਇਹ ਕੁਛ ਆਇਤਾਂ ਲੈ ਲੈਂਦੇ ਹਾਂ। ਹੁਣ ਇੱਥੋਂ ਅਸੀਂ ਇੱਕ ਮਸੀਹੀ ਪਰਿਵਾਰ ਮੀਆਂ ਬੀਵੀ ਦੇ ਮੁਤਲਕ ਆ ਜਾਂਦੇ ਹਾਂ। ਇਹਨਾਂ ਵਿੱਚੋਂ ਅਗਰ ਤਿੰਨੇ ਪੜ੍ਹ ਦਿਓ ਤੇ ਆਸਾਨ ਬੜਾ ਹੋ ਜਾਣਾ। ਠੀਕ ਹੈ, ਆਪਾਂ ਪੜ੍ਹਦੇ ਪਹਿਲਾਂ ਮੱਤੀ ਪੜ੍ਹਦੀ ਹੈ ਜੀ। ਹਾਂ, ਵਾਰੀ ਵਾਰੀ ਚੱਲਦੇ ਹਾਂ ਜੀ। ਮੱਤੀ ਪੜ੍ਹਦੇ ਨੇ। ਮੱਤੀ ਹੈਗੀ ਆ 19 ਦੀ 15 5, ਹਾਂਜੀ 5। ਹਾਂ, ਮੱਤੀ 19 ਦੀ 5 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਯਿਸੂ ਨੇ ਅੱਗੇ ਕਿਹਾ, ਇਸੇ ਕਾਰਨ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹਿਣਗੇ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ। ਹਾਂਜੀ, ਇਹ ਯਾਦ ਰੱਖੋ ਕਿ ਰੱਬ ਨੇ ਨਾ ਤੇ ਔਰਤ ਨੂੰ, ਸ਼ਾਇਦ ਇੱਕ ਵਿੱਚ ਨਾ ਹੋਵੇ, ਕੋਈ ਗੱਲ ਨਹੀਂ, ਅੱਗੇ ਦੇਖ ਲੈ, ਉਹਨੂੰ ਪੈਰਾਂ ਵਿੱਚੋਂ ਨਹੀਂ ਕੱਢਿਆ ਕਿ ਅਸੀਂ ਉਹਨੂੰ ਪੈਰ ਦੀ ਜੁੱਤੀ ਸਮਝੀਏ, ਉਹਨੂੰ ਸਿਰ ਤੋਂ ਵੀ ਨਹੀਂ ਕੱਢਿਆ ਕਿ ਸਿਰ ਤੇ ਬਿਠਾ ਲਈਏ, ਉਹਨੂੰ ਦਿਲ ਦੇ ਕਰੀਬ ਵੱਖੀ ਵਿੱਚੋਂ ਕੱਢਿਆ, ਰਿਬ ਵਿੱਚੋਂ, ਤਾਂ ਕਿ ਉਹਨੂੰ ਨਾਲ ਲਾ ਕੇ ਰੱਖੀਏ। ਤੇ ਇਹ ਕਹਿੰਦਾ ਹੈ ਤੁਸੀਂ ਇੱਕ ਹੋਗੇ। ਉਹ ਜੇ ਅਸੀਂ ਆਪਣੀ ਬੁੱਢੀ ਨਹੀਂ ਲਫ਼ਜ਼ ਮੈਂ ਬੋਲਣਾ, ਮਤਲਬ ਆਪਣੀ ਕੀ ਕਹਿ ਲਓ ਬੀਵੀ ਨੂੰ ਕੁਝ ਕਹਾਂਗਾ ਤੇ ਆਪਣੇ ਆਪ ਨੂੰ ਕਹਿਣ ਡਿਆ। ਯਿਸੂ ਕਹਿੰਦਾ ਤੁਸੀਂ ਇੱਕ ਹੋ, ਤੇ ਜੇ ਬੀਵੀ ਕਹਿ ਰਹੀ ਹੈ ਤਾਂ ਆਪਣੇ ਆਪ ਨੂੰ ਕਹਿ ਰਹੀ ਹੈ। ਅੱਛਾ, ਇਹ ਸ਼ਾਦੀ ਕੀ ਹੈ? ਸ਼ਾਦੀ ਇਹ ਵੇ ਕਿ ਖੁਦਾ 2 ਲੋਕਾਂ ਨੂੰ ਇੱਕ ਚਮਤਕਾਰ ਇਹ ਵੇ ਕਿ ਖੁਦਾ 2 ਲੋਕਾਂ ਨੂੰ ਇੱਕ ਕਰ ਦਿੰਦਾ। ਹਾਲੇਲੂਇਆ ਹੈ, ਇਹ ਵੇ। ਸੋ ਅਸੀਂ ਇਹਨਾਂ 'ਚ ਵੇਖਿਆ ਤੇ ਇਫਸੀਆਂ 5:31 'ਚ ਮੈਂ ਦੱਸ ਦੇਣਾ ਕਿ ਇਸ ਸਬਬ ਤੋਂ ਬੰਦਾ ਆਪਣੇ ਮਾਂ ਬਾਪ ਨੂੰ ਛੱਡੇਗਾ ਤੇ ਆਪਣੀ ਬੀਵੀ ਨਾਲ ਮਿਲਿਆ ਰਹੇਗਾ। ਮਤਲਬ ਇਹ ਨਹੀਂ ਜੇ ਮਾਂ ਪਿਆਂ ਨੂੰ ਹੁਣ ਘਰੋਂ ਕੱਢ ਦੇਣਾ, ਉਹ ਜ਼ਿੰਦਗੀ ਜਿਹੜੀ ਬਸਰ ਕਰਨਗੇ ਉਹ ਅਲੱਗ ਆਪਣੇ ਕਮਰਿਆਂ 'ਚ ਜਿਹੜੀ ਵੀ ਉਹਨਾਂ ਦਾ ਹੈਗਾ। ਸੋ ਹੁਣ ਇਹ ਵੇ ਕਿ ਮੱਤੀ 19 ਦੀ ਕੀ ਸੀ, ਮੱਤੀ 19 ਦੀ ਵਿੱਚ ਇੱਕ ਆਇਤ ਹੈ, ਇਹ ਅਸੀਂ ਦੇਖ ਲੈਂਦੇ ਹਾਂ, ਉਹਦੀ 6ਵੀਂ ਆਇਤ ਪੜ੍ਹ ਦਿਓ, ਕਿਉਂਕਿ ਹੁਣ ਆਇਤਾਂ ਸਾਨੂੰ ਇਹ ਦੱਸਣਗੀਆਂ ਬਾਈਬਲ ਕੀ ਕਹਿ ਰਿਹਾ ਹੈ ਕਿ ਡਾਈਵੋਰਸ ਨਹੀਂ ਚੰਗੀ, ਖੁਦਾ ਦੇ ਨਜ਼ਦੀਕ ਇਹ ਚੰਗੀ ਗੱਲ ਨਹੀਂ ਗੀ। ਤੇ ਫਿਰ ਅਸੀਂ ਇੱਥੋਂ ਚੱਲ ਰਹੇ ਹਾਂ ਨਾ ਉਹ ਬਾਈਬਲ ਦੇ ਬੋਲ। ਤੇ ਮੱਤੀ 19 ਦੀ 6 'ਚ ਵੇਖੋ ਕਿ ਕੀ ਲਿਖਿਆ ਹੈ ਕਿ ਜਿਹਨੂੰ ਰੱਬ ਨੇ ਜੋੜਿਆ, ਜੋੜਨ ਵਾਲਾ ਕੌਣ ਹੈ? ਰੱਬ। ਤੇ ਉਹਨੂੰ ਕੋਈ ਬੰਦਾ ਜੁਦਾ ਨਾ ਕਰੇ। ਸਮ ਟਾਈਮ ਅਸੀਂ ਨਾ ਝੂਠੀਆਂ ਸੱਚੀਆਂ ਲਾ ਕੇ ਤੇ ਖਾਨਦਾਨਾਂ ਨੂੰ ਬੰਨ੍ਹ ਦਿੰਦੇ ਹਾਂ, ਆ ਪੁੱਤਰ ਛੱਡ ਦੇ, ਚੰਗੀ ਨਹੀਂ ਉਹ, ਇਹ ਇੱਦਾਂ ਕਰਦੀ ਉੱਦਾਂ ਕਰਦੀ। ਸੋ ਇਹ ਇੱਕ ਥੋੜ੍ਹੀ ਜਿਹੀ ਇੱਥੇ ਪੜ੍ਹ ਦਿਓ, ਹਾਂਜੀ, ਬੇਸਿਕ ਗੱਲਾਂ ਸਿੱਖ ਕੇ ਤੇ ਅੱਗੇ ਚੱਲਾਂਗੇ। ਹਾਂਜੀ, ਇਹ ਹੈਗਾ ਜੀ ਆਪਣੇ 19 ਦੀ ਮੱਤੀ 19 ਦੀ ਆਪਾਂ 6 ਪੜ੍ਹਨੀ। ਹਾਂਜੀ ਜੀ, ਓਕੇ ਜੀ। 6 ਦੇ ਵਿੱਚ ਲਿਖਿਆ ਹੈ, ਇਸ ਲਈ ਉਹ ਅੱਗੇ ਤੋਂ 2 ਨਹੀਂ ਬਲਕਿ ਇੱਕ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ ਆਦਮੀ ਉਸ ਨੂੰ ਵੱਖ ਨਾ ਕਰੇ। ਸੋ ਇਹ ਮਰਕਸ 10 ਦੀ 9 'ਚ ਵੀ ਇਹੀ ਗੱਲਾਂ ਨੇ, ਅਸੀਂ ਬਾਈਬਲ ਵਿੱਚੋਂ ਵੇਖ ਰਹੇ ਹਾਂ। ਹਾਂਜੀ, ਸੋ ਸਾਨੂੰ ਜਿਹੜੀ ਹੈ ਨਾ ਇਹ ਖਾਨਦਾਨੀ ਮਸੀਹੀ ਜ਼ਿੰਦਗੀ ਇਹ ਮਾਸ਼ਰੇ ਦੇ ਮੁਤਾਬਿਕ, ਦੁਨੀਆ ਦੇ ਮੁਤਾਬਿਕ ਨਹੀਂ ਕਰਨੀ ਕਿ ਹੁਣ ਇੱਥੇ ਕੈਨੇਡਾ ਅਮਰੀਕਾ ਆ ਗਏ ਆ, ਇੱਥੇ ਡਾਈਵੋਰਸ ਹੋਣ ਦੇ ਨੇ ਅਸੀਂ ਵੀ ਦੇ ਦਈਏ। ਅਸੀਂ ਇੱਕ ਮਸੀਹੀ ਨੂੰ ਜਿਹੜਾ ਹੈ ਉਹਨੂੰ ਬਾਈਬਲ ਦੇ ਮੁਤਾਬਿਕ ਜ਼ਿੰਦਗੀ ਬਸਰ ਕਰਨੀ ਹੈ, ਜਿੰਜ ਇਹ ਹੁਕਮ ਹੋ ਰਹੇ ਨੇ ਸੀ, ਠੀਕ ਹੈ। ਸੋ ਇਹ ਹੁਣ ਇੱਕ ਅਸਾਂ ਵੇਖਿਆ ਕਿ ਪਵਿੱਤਰ ਰਿਸ਼ਤਾ ਹੈਗਾ ਤੇ ਇਹਨੂੰ ਅਸੀਂ ਕਹਿ ਦੇਣਾ ਜੀ ਵਿਆਹ ਹੋ ਗਿਆ, ਸ਼ਾਦੀ ਹੋ ਗਈ ਹੈ। ਵਚਨ ਵਿੱਚ ਮੈਂ ਦੇਖ ਰਿਹਾ ਤੇ ਅਸੀਂ ਇਹ ਵੇਖੀਏ ਕਿ ਵਚਨ ਦੇ ਮੁਤਾਬਿਕ ਸ਼ਾਦੀ ਕੀ ਹੈਗੀ ਹੈ, ਠੀਕ ਹੈ। ਤੇ ਬਾਈਬਲ ਦੇ ਮੁਤਾਬਿਕ ਇਹ ਉਹੀ ਹੈ ਕਿ ਖੁਦਾ 2 ਨੂੰ ਇੱਕ ਕਰ ਦਿੰਦਾ ਤੇ ਨਾਲ ਦੱਸ ਰਿਹਾ ਹੁਣ ਤੁਸੀਂ 2 ਨਹੀਂ ਬਲਕਿ ਇੱਕ ਹੋ। ਇਹ ਸ਼ਾਦੀ ਜਿਹੜਾ ਹੈ ਨਾ ਇਹ ਖੁਦਾ ਦਾ ਕੰਮ ਹੈ,
ਉਹਨੇ ਇਹਨੂੰ ਕੀਤਾ ਤੇ ਉਹਨੂੰ ਤੇ ਜੁਦਾ ਵੀ ਉਹ ਹੀ ਕਰੂਗਾ। ਓਕੇ, ਇਹ ਤਾਂ ਠੀਕ ਹੋ ਗਿਆ ਜੀ। ਹਾਂਜੀ। ਤੇ ਸਵਾਲ ਮੇਰਾ ਇਹ ਹੈਗਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਸਾਰਾ ਤੁਸੀਂ ਕਹਿੰਦੇ। ਸਵਾਲ ਮੇਰਾ ਇਹ ਆ ਵੀ ਕਿਸ ਹਾਲਤ ਦੇ ਵਿੱਚ ਬੰਦਾ ਉਹ ਹਸਬੈਂਡ ਵਾਈਫ ਇੱਕ ਦੂਜੇ ਨੂੰ ਡਿਵੋਰਸ ਕਰ ਸਕਦੇ ਆ ਕਿ ਨਹੀਂ ਕਰ ਸਕਦੇ? ਕਿਉਂਕਿ ਅੱਗੇ ਆਪਾਂ ਜਿਹੜੀਆਂ ਹਨ ਆਪਾਂ 29 ਦੀ 19 ਦੀ ਇਹਦੇ ਵਿੱਚ ਜੇ ਅਗਲੀਆਂ ਆਇਤਾਂ ਪੜ੍ਹਦੇ ਹੈਗੇ ਨਾ 7 8 9 ਹਾਂਜੀ ਜੀ, ਤੇ ਇਹਦੇ ਵਿੱਚ ਕੁਝ ਲਿਖਿਆ ਹੈਗਾ ਜੀ, ਉਹ ਕਦੋਂ ਲਾਗੂ ਹੁੰਦਾ ਜਾਂ ਕੀ ਗੱਲ ਹੈ? ਉਹ ਪੜ੍ਹਦਾ ਜੀ, ਉਹ ਵੀ ਪੜ੍ਹ ਦਿਓ। ਹਾਂਜੀ ਬਿਲਕੁਲ ਐਂ ਠੀਕ ਹੈ। ਲੇਕਿਨ ਇੱਕ ਚੀਜ਼ ਜੀ, ਇਹ ਛੱਡਣ ਦੇ ਮੁਤਲਕ ਨਾਲ ਅਸੀਂ ਪਿਛਲੀ ਆਇਤ ਪੜ੍ਹ ਚੁੱਕੇ ਹਾਂ ਕਿ ਇਹ ਜਿਹੜੀ ਇਹ ਗੈਰ ਰੂਹਾਨੀ ਗੱਲ ਹੈ, ਖੁਦਾ ਇਹਦੇ ਨਾਲ ਕੀ ਪਸੰਦ ਨਹੀਂ ਹੈ। ਠੀਕ ਹੈ। ਤੇ ਇਹ ਸਮਾਜ ਉੱਤੇ ਵੀ ਬੁਰਾ ਅਸਰ ਪੈਂਦਾ ਹੈ, ਫੈਮਲੀਜ਼ ਉੱਤੇ ਵੀ ਬੁਰਾ ਅਸਰ ਪੈਂਦਾ ਹੈ, ਇਸ ਲਈ ਰੱਬ ਘਿਰਣਾ ਕਰਦਾ ਹੈ ਇਸ ਤੋਂ। ਠੀਕ ਹੈ। ਰੱਬ ਜੋੜਿਆ, ਰੱਬ ਚਾਹੁੰਦਾ ਕਿ ਜੋੜੇ, ਕਲੀਸਿਆ ਲਈ ਵੀ ਹੈ ਜੀ ਜੋੜੇ ਰੱਖਣਾ। ਹਾਂਜੀ ਇਹ ਤਾਂ ਹੈ, ਪਰ ਅੱਗੇ ਕੁਛ ਇਹੋ ਜਿਹੀ ਕੋਈ ਆਪਕੀ ਇਹੋ ਜਿਹੀ ਕੁਛ ਸਿਚੁਏਸ਼ਨ ਹੈ, ਕਿਉਂਕਿ ਇੱਥੇ ਬਾਈਬਲ ਦੇ ਵਿੱਚ ਲਿਖਿਆ, ਲੋਕ ਇਸ ਨੂੰ ਵੀ ਕਹਿੰਦੇ ਹੈਗੇ ਨਾ ਵੀ ਆਪਾਂ ਪੜ੍ਹ ਕੇ ਦੇਖਦੇ ਫਿਰ ਬਦਲਾਅ। ਬਿਲਕੁਲ ਪੜ੍ਹਦੇ ਜੀ। ਉਹਦੇ ਵਿੱਚ ਲਿਖਿਆ ਹੈਗਾ ਤੇ ਮੱਤੀ 19 ਦੀ 7 8 ਅੱਗੇ ਜੇ ਪੜ੍ਹਦੇ ਹਾਂ ਜੀ, ਇਹਦੇ ਵਿੱਚ ਲਿਖਿਆ ਫਰੀਸੀਆਂ ਨੇ ਉਹਨਾਂ ਤੋਂ ਪੁੱਛਿਆ। ਮੱਤੀ ਕੀ ਦੱਸਿਆ? ਮੱਤੀ 19। ਅੱਛਾ ਜੀ। 19 ਦੀ 7 ਜੀ ਤੇ 8 ਪੜ੍ਹਦੇ ਹਾਂ ਜੀ, ਤੇ 9 ਵੀ ਪੜ੍ਹਦੇ ਹਾਂ, 7 8 9 ਉਹਦੇ ਵਿੱਚ ਲਿਖਿਆ ਹੈਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਵਿੱਤਰ ਰਿਸ਼ਤਾ ਪਰਮੇਸ਼ਰ ਨੇ ਦੋਨਾਂ ਨੂੰ ਇੱਕ ਬਣਾਇਆ ਔਰ ਪਰਮੇਸ਼ਰ ਚਾਹੁੰਦਾ ਇੱਕੋ ਬਣੇ ਰਹੋ। ਹਾਂਜੀ ਠੀਕ ਹੈ ਜੀ। ਤੇ ਇਹ ਤਾਂ ਆਪਾਂ ਦੇਖ ਲਿਆ, ਪਰ ਅੱਗੇ ਪਰ ਵੀ ਕੁਝ ਹੈਗਾ। ਹਾਂਜੀ ਉਹ ਦੇਖਦੇ ਜੀ। ਫਰੀਸੀਆਂ ਨੇ ਉਹਨਾਂ ਨੂੰ ਪੁੱਛਿਆ, ਪਰ ਮੂਸਾ ਨੇ ਤਲਾਕ ਲਿਖਣ ਦੇਣ ਦੀ ਆਗਿਆ ਕਿਉਂ ਦਿੱਤੀ ਹੈ? ਹਾਂਜੀ ਜੀ। ਯਿਸੂ ਨੇ ਫਰੀਸੀਆਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਡੇ ਮਨਾਂ ਦੀ ਕਠੋਰਤਾ ਕਾਰਨ ਇਹ ਆਗਿਆ ਇਸ ਲਈ ਲਿਖੀ ਸੀ, ਪਰ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਹੀ ਇਸ ਤਰ੍ਹਾਂ ਨਹੀਂ ਸੀ। ਇੱਥੇ ਤੱਕ ਆਪਾਂ ਦੇਖ ਲਿਆ। ਠੀਕ ਹੈ। ਫਿਰ ਲਿਖਿਆ ਹੈ 9ਵੀਂ ਆਇਤ ਦੇ ਵਿੱਚ, ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਆਦਮੀ ਆਪਣੀ ਪਤਨੀ ਨੂੰ ਵਿਚਾਰ ਦੇ ਕਾਰਨ ਤੋਂ ਬਿਨਾਂ ਤਲਾਕ ਦਿੰਦਾ ਹੈ ਤੇ ਕਿਸੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਬੇਵਿਚਾਰ ਕਰਦਾ ਹੈ। ਵਾਹ ਵਾਹ। ਹਾਂਜੀ ਤੇ ਅੱਗੇ ਜੀ। ਹੁਣ ਇਹ ਇੱਕ ਗੱਲ ਇਹ ਵੇ ਸਰ ਜੀ ਕਿ ਇਹ ਕੀ ਕੰਡੀਸ਼ਨ ਹੈ, ਇਹ ਪੁੱਛ ਰਹੇ ਹੋ? ਹਾਂਜੀ, ਇੱਥੇ ਲਿਖਿਆ ਅਗਰ ਮਤਲਬ ਕਿ ਕੋਈ ਇਸਤਰੀ ਔਰਤ ਦੇ ਵਿਚਕਾਰ ਕੋਈ ਵਿਚਾਰ ਹੋ ਗਿਆ, ਵਫਾਦਾਰੀ ਨਹੀਂ ਰਹੀ, ਕਿਸੇ ਹੋਰ ਪਾਸੇ ਮਤਲਬ ਕਿ ਉਹ ਕਰਨ ਲੱਗ ਪਿਆ, ਆਪਣਾ ਰਿਸ਼ਤਾ ਜੋੜ ਲਿਆ ਉਹਨੇ, ਤੇ ਫਿਰ ਕਹਿੰਦਾ ਉਹ ਇਸ ਤੋਂ ਬਿਨਾਂ ਜਿਸ ਤਰ੍ਹਾਂ ਇਹ ਵਜ੍ਹਾ ਹੈਗੀ ਤਾਂ ਫਿਰ ਤਲਾਕ ਦੇ ਸਕਦਾ। ਇਸ ਹਿਸਾਬ ਨਾਲ ਤਾਂ ਇੱਦਾਂ ਲੱਗਦਾ। ਹਾਂਜੀ ਅੱਛਾ ਜੀ। ਹੁਣ ਇਹਦੇ ਵਿੱਚ ਨਾ ਇੱਕ ਬੜੀ ਸੋਹਣੀ ਗੱਲ ਇਹ ਹੈ, ਇੱਥੇ ਲਿਖਿਆ ਕੀ ਹੈ? ਹਾਂਜੀ, ਕਿਹਦੀ ਵਜ੍ਹਾ ਨਾਲ? ਵਿਚਾਰ, ਜੇ ਉਹ ਹਸਬੈਂਡ ਵਾਈਫ ਦੇ ਵਿੱਚ ਰਿਸ਼ਤੇ ਦੇ ਵਿੱਚ ਵਫਾਦਾਰੀ ਨਹੀਂ ਹੈਗੀ ਤੇ ਵਿਚਾਲੇ ਵਿਚਾਰ ਆ ਗਿਆ। ਵਿਚਾਰ ਮਤਲਬ ਕਿ ਤੀਸਰਾ ਇਨਸਾਨ ਵਿੱਚ ਆ ਗਿਆ। ਅੱਛਾ, ਹੁਣ ਇੱਥੇ ਨਾ ਜਦੋਂ ਇਸ ਨੂੰ ਓਰੀਜਨਲ ਵਿੱਚ ਜਾਓ, ਹਾਂਜੀ, ਇਹ ਇੱਥੇ ਬੜੇ ਸਮਝਣੇ ਵਾਲੀ ਗੱਲ ਹੈ। ਇਹ ਇੱਥੇ ਇਹ ਦੋ ਲਫ਼ਜ਼ ਇਸਤੇਮਾਲ ਹੁੰਦੇ ਨੇ ਚਾਰਲੀ। ਇੱਕ ਹੁੰਦਾ ਹੈ ਅਡਲਟਰੀ। ਅਡਲਟਰੀ ਦਾ ਮਤਲਬ ਹੈ ਹਰਾਮਕਾਰੀ, ਯਾਨੀ ਜਦੋਂ ਇੱਕ ਵਿਆਹਿਆ ਬੰਦਾ ਜਿਹਦੀ ਸ਼ਾਦੀ ਹੋਈ ਹੁੰਦੀ ਉਹ ਕਿਸੇ ਔਰਤ ਨਾਲ ਭੈੜਾ ਕੰਮ ਕਰਦਾ ਹੈ, ਦੈਟ ਇਜ਼ ਅਡਲਟਰੀ। ਅਡਲਟਰੀ। ਅੱਛਾ, ਹੁਣ ਅਡਲਟਰੀ ਦੇ ਲਈ ਜਿਹੜਾ ਲਫ਼ਜ਼ ਓਰੀਜਨਲ ਗ੍ਰੀਕ ਦੇ ਵਿੱਚ ਆਇਆ ਉਹ ਵੇ ਮੋਕੀਆ, MOICHEIA। ਇਹਦਾ ਮਤਲਬ ਹੈ ਇਹ ਅਡਲਟਰੀ, ਜਦੋਂ ਵਿਆਹਿਆ ਬੰਦਾ ਕਿਸੇ ਹੋਰ ਨਾਲ ਭੈੜਾ ਕੰਮ ਕਰਦਾ ਹੋਵੇ। ਲੇਕਿਨ ਜਿਹੜਾ ਇੱਥੇ ਕੰਡੀਸ਼ਨ ਹੈਗੀ ਹੈ, ਇਹ ਲਫ਼ਜ਼ ਇੱਥੇ ਦਿੱਤਾ ਗਿਆ, ਉਹ ਦਿੱਤਾ ਗਿਆ ਫਾਰਨੀਕੇਸ਼ਨ, ਯਾਨੀ ਕਿ ਹਰਾਮਕਾਰੀ, ਜ਼ਨਾਕਾਰੀ ਜਿਹੜੀ ਹੈ ਵਿਆਹਿਆ ਬੰਦੇ ਦੇ ਖਾਤੇ 'ਚ ਆਉਂਦੀ ਹੈ, ਬਈ ਇਹ ਜ਼ਨਾਕਾਰ ਹੈ, ਇਹਦਾ ਵਿਆਹ ਹੋਇਆ ਫਿਰ ਵੀ ਇਹ ਮੂੰਹ ਮਾਰਦਾ ਫਿਰਦਾ ਹੈ। ਇਹ ਜਿਹੜੀ ਹਰਾਮਕਾਰੀ ਹੈ, ਯਾਨੀ ਇੱਕ ਸਿੰਗਲ ਬੰਦਾ ਜਿਹਦਾ ਵਿਆਹ ਨਹੀਂ ਹੋਇਆ, ਉਹਦੇ ਲਈ ਜਿਹੜਾ ਵਰਡ ਬਾਈਬਲ ਦੇ ਵਿੱਚ ਗ੍ਰੀਕ ਦੇ ਵਿੱਚ ਇਸਤੇਮਾਲ ਹੋਇਆ ਉਹ ਪੋਰਨੀਆ। ਕੀ ਵੀ? ਪੋਰਨੀਆ, PORNEIA। ਇਹਦਾ ਮਤਲਬ ਇਹ ਵੇ ਕਿ ਇੱਕ ਛੜਾ ਬੰਦਾ ਹੈ ਜਿਹਦਾ ਵਿਆਹ ਨਹੀਂ ਹੋਇਆ, ਉਹਨੇ ਗੁਨਾਹ ਕੀਤਾ। ਇੱਥੇ ਖੁਦਾਵੰਦ ਯਿਸੂ ਮਸੀਹ
ਇਹ ਜਿਹੜੇ ਯਹੂਦੀਆਂ ਨੇ ਸਵਾਲ ਕੀਤਾ ਹੈ ਉਹ ਕਹਿੰਦੇ ਨੇ ਕਿ ਤੂੰ ਕੀ ਕਹਿਣਾ ਹੈ। ਤੁਸੀਂ ਪੜ੍ਹਿਆ ਹੈ ਤੇ ਉੱਥੇ ਲਿਖਿਆ ਹੈ ਕਿ ਬਈ ਸ਼ੁਰੂ ਤੇ ਇਦਾਂ ਨਹੀਂ ਸੀ, ਕਿਉਂਕਿ ਆਲਰੇਡੀ ਅਸਾਂ ਵੇਖ ਲਿਆ ਕਿ ਖੁਦਾ ਖੁਦ ਕਹਿੰਦਾ ਹੈ ਕਿ ਮੈਂ ਤਲਾਕ ਤੋਂ ਕਿਰਨਾ ਕਰਨਾ, ਨਫ਼ਰਤ ਕਰਨਾ। ਲੇਕਿਨ ਇੱਥੇ ਬਵਸਥਾ ਸਾਰ 24 ਚ ਆ ਜਾਓ, ਪਹਿਲੀਆਂ 4 ਆਇਤਾਂ ਦੇ ਵਿੱਚ ਪ੍ਰਭੂ ਉਹ ਕਹਿੰਦੇ ਨੇ ਕਿ ਗੱਲ ਸੁਣਦੇ ਮੂਸਾ ਨੇ ਤੇ ਸਾਨੂੰ ਇਜਾਜ਼ਤ ਦਿੱਤੀ ਹੈ। ਉਹਨੇ ਕਿਹਾ ਤੁਹਾਡੇ ਕਠੋਰਤਾ ਦੀ ਵਜ੍ਹਾ ਨਾਲ, ਤੁਹਾਡੇ ਦਿਲ ਦੀ ਸਖਤੀ ਦੀ ਵਜ੍ਹਾ ਨਾਲ ਉਹਨੇ ਦਿੱਤੀ ਹੋਣੀ ਹੈ, ਇਹ ਰੱਬ ਵੱਲੋਂ ਨਹੀਂ ਗਾ। ਤੇ ਆਪਾਂ ਜੀ ਜੇ ਕਹੋ ਕਿੰਗ ਜੇਮਸ ਪੜ੍ਹਦੇ ਜੀ ਆਪਣੇ 19 ਦੀ ਆਪਣੇ 9 ਹਾਂਜੀ ਸੌਰੀ ਮੈਂ ਤੁਹਾਨੂੰ ਨਾ ਵੈਰੀ ਗੁੱਡ। ਹਾਂਜੀ, ਲੇਕਿਨ ਇਹ ਵਰਡ ਜਿਹੜੇ ਨੇ ਨਾ ਇਹ ਕਾਬੂ ਕਰ ਲਿਓ। ਇਹ ਗ੍ਰੀਕ ਜਾਓਗੇ ਨਾ ਤੇ ਗ੍ਰੀਕ ਬਾਈਬਲ ਵਿੱਚ ਇਹ 2 ਲਫ਼ਜ਼ ਇਸਤੇਮਾਲ ਹੋਏ ਨੇ, ਬਲਕਿ ਇਹਦੀ ਡੈਫੀਨੇਸ਼ਨ ਵੀ ਵੇਖ ਸਕਦੇ ਹੋ। ਹਾਂਜੀ, ਇਹਦੇ ਵਿੱਚ ਲਿਖਿਆ ਹੈ ਜੀ 19 ਦੀ 9 ਦੇ ਵਿੱਚ ਲਿਖਿਆ ਹੈਗਾ, ਯਿਸੂ ਕਹਿ ਰਿਹਾ ਹੈਗਾ, ਐਂਡ I say unto you, whoever shall put away his wife, except it be for fornication, and shall marry another, commits adultery, and whose married her, which is put away, doth commit adultery. Fornication. एक जगह fornication, एक adultery. Fornication ਜਿਹੜਾ ਲਫ਼ਜ਼ ਹੈ ਹਰਾਮਕਾਰੀ ਤੇ ਉਹ ਸਿੰਗਲ ਬੰਦੇ ਲਈ ਹੈ, ਆਮ ਕੁਆਰਾ ਮੁੰਡਾ ਜੋ ਕਰ ਲੇ। ਵਿਆਹਿਆ ਬੰਦਾ ਵੀ ਜਦੋਂ ਕਿਸੇ ਨਾਲ ਗਲਤ ਕੰਮ ਕਰਦਾ ਉਹ ਅਡਲਟਰੀ ਹੈ, ਉਹਨੂੰ ਜ਼ਨਾਕਾਰੀ ਕਹਿੰਦੇ, ਜ਼ਨਾਕਾਰ। ਅੱਛਾ, ਹੁਣ ਇੱਥੇ ਯਿਸੂ ਨੇ ਸਵਾਲ ਹੋ ਗਿਆ, ਇਹ ਫਰੀਸੀ ਵੀ ਬੜੇ ਅਜੀਬ ਸਨ। ਉਹਨਾਂ ਕਿਹਾ ਤੂੰ ਤਲਾਕ ਦੇ ਬਾਰੇ 'ਚ ਕੀ ਕਹਿਣਾ? ਉਹਨੇ ਕਿਹਾ ਨਹੀਂ। ਉਹ ਕਹਿਣ ਲੱਗੇ ਮੂਸਾ ਨੇ ਕਿਹਾ, ਉਹਨੇ ਕਿਹਾ ਗੱਲ ਸੁਣੋ, ਤੁਹਾਡੀ ਸਖਤ ਦਿਲੀ ਦੀ ਵਜ੍ਹਾ ਨਾਲ, ਕਠੋਰਤਾ ਦੀ ਵਜ੍ਹਾ ਨਾਲ। ਤੇ ਉਹ ਯਿਸੂ ਕਹਿ ਰਿਹਾ ਹੈ ਕਿ ਮੂਸਾ ਨੇ ਕਿਹਾ ਕੀ ਸੀ, ਪੜ੍ਹਿਆ ਤੁਸਾਂ? ਬਵਸਥਾ ਸਾਰੇ 'ਚ ਲਿਖਿਆ ਹੈ ਕਿ ਜਦੋਂ ਦੇਖੋ ਪੁਰਾਣੇ ਨੇਮ ਦੇ ਵਿੱਚ ਯਹੂਦੀ ਦਸਤੂਰ ਦੇ ਵਿੱਚ ਜਦੋਂ ਕਿਸੇ ਦਾ ਮੰਗਿਆ ਹੋ ਜਾਂਦਾ, ਮੰਗਣੀ ਹੋ ਜਾਂਦੀ ਹੈ, ਅੰਗੇਜਮੈਂਟ ਹੋ ਜਾਂਦੀ ਹੈ, ਉਹ ਮੀਆਂ ਬੀਵੀ ਕਹਿਲਾਣਾ ਸ਼ੁਰੂ ਕਰ ਦਿੰਦੇ ਨੇ। ਜਿਸ ਤਰ੍ਹਾਂ ਮਤੀ ਦੇ ਵਿੱਚ ਫਰਿਸ਼ਤਾ ਕਹਿੰਦਾ ਹੈ, ਹਾਲਾਂ ਮੰਗਣੀ ਹੋਈ ਸੀ ਮਰੀਅਮ ਨਾਲ, ਤੇ ਉਹਨੂੰ ਕਹਿੰਦਾ ਆਪਣੀ ਬੀਵੀ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ। ਮੰਗਣੀ ਹੋ ਜਾਂਦੀ ਹੈ, ਮੀਆਂ ਬੀਵੀ ਕਹਿਲਾਣਾ ਸ਼ੁਰੂ ਕਰ ਦਿੰਦੇ। ਹੁਣ ਉਹ ਇਹ ਰੈਫਰੈਂਸ ਬੜੇ ਧਿਆਨ ਨਾਲ ਪੜ੍ਹਨਾ ਹੈ। ਫਾਰਨੀਕੇਸ਼ਨ ਦਾ ਮਤਲਬ ਕੀ ਹੋ ਗਿਆ? ਫਾਰਨੀਕੇਸ਼ਨ ਪੋਰਨੀਆ, ਇਹ ਸਿੰਗਲ ਬੰਦੇ ਲਈ, ਤੇ ਅਡਲਟਰੀ ਜਿਹੜੀ ਹੈ ਉਹ ਵਿਆਹੇ ਬੰਦੇ ਲਈ। ਉਹਦਾ ਕੀ ਸੀ? ਮੋਕੀਆ। ਹਾਂਜੀ, ਇੱਥੇ ਯਿਸੂ ਕਹਿ ਰਿਹਾ ਜਦੋਂ ਮੰਗਣੀ ਹੋ ਜਾਏ ਔਰ ਤੁਸੀਂ ਪਿੱਛੇ ਵਰਸ ਪੜੋਗੇ, ਪਿੱਛੇ ਕੋਈ ਚੀਜ਼ ਵੇਖ ਲਓ ਕਿ ਇਹ ਕੁੜੀ ਪਿੱਛੇ ਇਹਦਾ ਕਰੈਕਟਰ ਠੀਕ ਨਹੀਂ ਜਾਂ ਵਟ ਐਵਰ ਕੋਈ ਵਜ੍ਹਾ, ਤੇ ਫਿਰ ਉਹਨੂੰ ਤਲਾਕ ਲਿਖ ਦਿਓ, ਉਹਨੂੰ ਛੱਡ ਦਿਓ, ਉਹ ਤਲਾਕ ਉੱਥੇ ਵੇ। ਲੇਕਿਨ ਅੱਗੇ ਚੱਲ ਕੇ ਵੇਖਾਂਗੇ ਜਦੋਂ ਵਿਆਹ ਹੋ ਜਾਏ ਉਦੋਂ ਨਹੀਂ ਜੇ। ਠੀਕ ਹੈ, ਅੱਛਾ ਉਹ ਵਰਸ ਪੜ੍ਹ ਦਿਓ। ਕਿਹੜੀ ਦੱਸੀ ਸੀ? ਦੱਸਿਆ ਡਿਟਰੋਨਮੀ ਤੁਸੀਂ ਕਿਹਾ ਸੀ ਜੀ, ਸ਼ਾਇਦ 24 ਦੀ ਪਹਿਲੀ 4 ਵੇਖ ਲਓ। 24 ਜੀ ਵਿਵਸਥਾ ਸਾਰ ਇਹ ਉਹ ਕਹਿ ਰਿਹਾ ਹੈ ਕਿ ਤੁਸੀਂ ਇਹ ਗੱਲ ਮੂਸਾ ਨੇ ਕਾਹਦੇ ਲਈ ਲਿਖੀ ਸੀ? ਕੀ ਕਿਹਾ ਸੀ ਤੁਹਾਨੂੰ? ਮੰਗਣੀ ਤੋੜ ਸਕਦੇ ਹੋ, ਅੰਗੇਜਮੈਂਟ ਟੁੱਟ ਸਕਦੀ ਹੈ। ਜੀ ਹਾਂਜੀ, ਆਪਾਂ ਪੜ੍ਹਦੇ ਇਹ ਅੱਛਾ ਤੁਸੀਂ ਸਵਾਲ ਕਰਿਓ ਤੇ ਅੱਛਾ ਲੱਗੇਗਾ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਵਿਵਸਥਾ ਸਾਰ 24 ਦੀ 1 ਤੋਂ 4 ਜੀ। ਹਾਂਜੀ, ਉਹ 'ਚ ਲਿਖਿਆ, ਮੰਨ ਲਵੋ ਕਿ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰਦਾ ਹੈ। ਹਾਂਜੀ, ਪਰ ਕੁਝ ਸਮੇਂ ਦੇ ਪਿੱਛੋਂ ਉਸ ਆਦਮੀ ਨੂੰ ਆਪਣੀ ਪਤਨੀ ਦੇ ਨਾਲ ਕਿਸੇ ਤਰ੍ਹਾਂ ਦੇ ਬਦ ਚੱਲਣ ਹੋਣ ਦਾ ਪਤਾ ਲੱਗਦਾ ਹੈ। ਠੀਕ ਹੈ। ਹਾਂਜੀ, ਤੇ ਇਹ ਹੁਣ ਬਦ ਚੱਲਣ ਹੋਣ ਦਾ ਪਤਾ ਲੱਗਦਾ, ਇਹ ਮੈਰਿਜ ਦੇ ਦੌਰਾਨ ਆ ਜਾਂ ਮੈਰਿਜ ਤੋਂ ਪਹਿਲਾਂ? ਇਹ ਮੰਗਣੀ ਦੇ ਦਰਮਿਆਨ ਹੈ, ਕਿਉਂਕਿ ਇਸੇ ਲਈ ਪੀਰੀਅਡ ਦੇ ਦਿੱਤਾ ਜਾਂਦਾ ਹੈ ਕਿ ਲੋਕ ਵਹਿੰਦੇ ਰਹਿੰਦੇ ਨੇ। ਅਤੇ ਉਹਨਾਂ ਦੇ ਮਨੋਂ ਉਤਰ ਜਾਂਦਾ ਹੈ। ਹਾਂਜੀ, ਤੇ ਇਸ ਤੇ ਉਹ ਆਦਮੀ ਤਲਾਕ ਪੱਤਰ ਲਿਖ ਕੇ ਉਸਦੇ ਹੱਥ ਵਿੱਚ ਦੇ ਦੇਵੇ ਅਤੇ ਉਹਨਾਂ ਨੂੰ ਆਪਣੇ ਘਰੋਂ ਕੱਢ ਦੇਵੇ। ਹਾਂਜੀ, ਮੰਨ ਲਵੋ ਅੱਗੇ ਮੰਨ ਲਵੋ ਕਿ ਉਹ ਔਰਤ ਕਿਸੇ ਦੂਜੇ ਨਾਲ ਵਿਆਹ ਕਰ ਲੈਂਦੀ ਹੈ, ਪਰ ਉਸ ਦਾ ਪਤੀ ਵੀ ਉਸ ਨੂੰ ਨਾਪਸੰਦ ਕਰ ਦੇਵੇ, ਤਾਂ ਉਹ ਉਸ ਨੂੰ ਤਲਾਕ ਪੱਤਰ
ਤਲਾਕ ਪੱਤਰ ਲੈ ਕੇ ਲਿਖ ਕੇ ਦੇਵੇ ਅਤੇ ਆਪਣੇ ਘਰੋਂ ਉਸ ਨੂੰ ਕੱਢ ਦੇਵੇ, ਜਾਂ ਉਸ ਔਰਤ ਦਾ ਦੂਜਾ ਪਤੀ ਮਰ ਜਾਵੇ, ਹਾਂਜੀ, ਤਾਂ ਉਹ ਆਪਣੇ ਪਹਿਲੇ ਪਤੀ ਜਿਸ ਨੂੰ ਉਸਨੇ ਕੱਢ ਦਿੱਤਾ ਸੀ ਕਿਸੇ ਹਾਲਤ ਵਿੱਚ ਵੀ ਵਾਪਸ ਆਪਣੇ ਪਤਨੀ ਹੋਣ ਦੇ ਲਈ ਨਾ ਲਵੇ, ਨਹੀਂ ਤਾਂ ਇਸ ਪਰਮੇਸ਼ਰ ਦੇ ਸਾਹਮਣੇ ਅਪਰਾਧੀ ਠਹਿਰੇਗੀ ਜੋ ਤੁਸੀਂ ਉਸ ਧਰਤੀ 'ਤੇ ਜਿਸ ਤਰ੍ਹਾਂ ਬੁਰਾਈ ਨਾ ਲਿਆਵੋ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਤੁਹਾਨੂੰ ਵਿਰਸੇ ਦੇ ਤੌਰ 'ਤੇ ਹੀ ਦੇ ਰਿਹਾ ਹੈ। ਹਾਂਜੀ, ਹੁਣ ਅਸਲੀ ਪੁਆਇੰਟ 'ਤੇ ਆ ਜਾਈਏ ਕਿ ਭਾਈ ਇਹ ਮੰਗਿਆ ਦਾ ਪੀਰੀਅਡ ਹੁੰਦਾ ਹੈ, ਇਹਦੇ 'ਚ ਮੰਗਣੀ ਤੁਸੀਂ ਤੋੜ ਸਕਦੇ ਹੋ। ਸ਼ਾਦੀ ਹੋ ਗਈ ਤੇ ਉਹ ਕਹਿ ਰਿਹਾ ਤੁਹਾਡੀ ਅਕਲਾਂ ਨੂੰ ਕੀ ਹੋ ਗਿਆ। ਜੇ ਵਿਆਹ ਹੋ ਗਿਆ ਮੀਨਸ ਕਿ ਉਹ ਤੁਸੀਂ ਯਹੂਦੀ ਦਸਤੂਰ ਦੇ ਮੁਤਾਬਿਕ ਉਹਨੂੰ ਘਰ ਲਿਆਏ ਤੇ ਉਹ ਫਿਰ ਤੁਹਾਡੀ ਇਕੱਠੇ ਰਹਿਣ ਸ਼ੁਰੂ ਹੋ ਗਏ। ਫਿਰ ਜ਼ਨਾ ਗੁਨਾਹ ਦੋਵਾਂ ਵਿੱਚੋਂ ਕਿਸੇ ਕੋਲ ਹੋ ਸਕਦਾ, ਨਹੀਂ ਛੱਡ ਸਕਦੇ। ਇੱਥੇ ਆਓ, ਮਤਲਬ ਬੜਾ ਅੱਛਾ ਤੁਸੀਂ ਇਹ ਕਿੱਥੇ ਲਿਖਿਆ ਜੀ? ਇਹ ਪਹਿਲਾਂ ਤੇ ਮੰਗਣੀ ਇਹ ਚੀਜ਼ਾਂ ਦਾ ਜੀ? ਹਾਂਜੀ, ਇਹ ਵਿਵਸਥਾ 7:24 ਦੀ 1 ਤੋਂ 4 ਦੁਬਾਰਾ ਦੁਹਰਾ ਦਿਓ। ਇਹ ਮੰਗਣੀ ਦਾ ਪੀਰੀਅਡ ਦਾ ਹੈ। ਹਾਂਜੀ, ਮੰਗਣੀ ਤਾਂ ਪੱਤੀ ਲਿਖਿਆ ਜੀ, ਪੱਤੀ। ਇਹ ਕਿਹੜੀ ਗੱਲ ਕਰ ਪਹਿਲੀ ਚ ਪੜ੍ਹਨਾ। ਮੰਨ ਲਵੋ ਕਿ ਇੱਕ ਆਦਮੀ ਕਿਸੇ ਔਰਤ ਨਾਲ ਵਿਆਹ ਕਰਦਾ ਹੈ, ਵਿਆਹ ਹੋ ਗਿਆ, ਹਾਂਜੀ ਹਾਂਜੀ, ਪਰ ਕੁਝ ਸਮੇਂ ਪਿੱਛੋਂ ਉਸ ਆਦਮੀ ਨੂੰ ਆਪਣੀ ਪਤਨੀ ਦੇ ਕਿਸੇ ਤਰ੍ਹਾਂ ਦੇ ਬਦਚਲਨ ਹੋਣ ਦਾ ਪਤਾ ਲੱਗਦਾ ਹੈ ਜੀ, ਹਾਂਜੀ, ਤੇ ਉਹਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਜੀ, ਹਾਂਜੀ ਜੀ, ਅਤੇ ਉਸਦੇ ਮਨੋਂ ਉਤਰ ਜਾਂਦੀ ਹੈ। ਇਸ 'ਤੇ ਉਹ ਆਦਮੀ ਤਲਾਕ ਪੱਤਰ ਲਿਖ ਕੇ ਉਸਦੇ ਹੱਥ ਵਿੱਚ ਦੇ ਦੇਵੇ ਅਤੇ ਉਸ ਨੂੰ ਘਰੋਂ ਕੱਢ ਦੇਵੇ। ਵਾਹ, ਅੱਛਾ, ਹੁਣ ਆ ਜਾਓ ਮਤੀ ਦਾ ਕੱਢ ਲਓ। ਇਹ ਪ੍ਰਭੂ ਯਿਸੂ ਆਪਣਾ ਕੀ ਕਹਿੰਦੇ ਨੇ, ਮਰੀਅਮ ਤੇ ਯੂਸਫ ਦੀ ਗੱਲ ਕਰ ਰਹੇ। ਹੁੰਦਾ ਕੀ ਹੈ, ਮਤੀ ਪਹਿਲਾ ਪਾਰਟ 18 ਬੜਾ ਅੱਛਾ ਹੈ, ਅਸੀਂ ਕੀ ਪਤਾ ਇਹਨੂੰ ਹੋਰ ਵਿੱਚ ਵੀ ਕਰ ਲਈਏ, ਲੇਕਿਨ ਮਤੀ ਪਹਿਲੇ ਪਾਰਟ 18 ਤੋਂ ਤੁਸੀਂ 31 ਤੱਕ ਪੜ੍ਹਦੇ ਹੋ, ਬਲਕਿ 24-25 ਤੱਕ ਪੜ੍ਹ ਦਿਓ, 25 ਤੱਕ, 18 ਤੋਂ 25। ਹਾਂ, ਮਤੀ ਦੀ 18 ਪਹਿਲਾ ਮਤੀ 18 ਮੈਥਿਊ ਚੈਪਟਰ 1 ਵਰਸ 18 ਟੂ 25 ਪਿੱਛੇ ਆ ਜਾਓ। ਹਾਂਜੀ, ਇੱਥੇ ਕੀ ਹੁੰਦਾ ਹੈ? ਪਹਿਲਾ ਮਤੀ ਦੀ ਪਹਿਲੀ 18 ਤੋਂ 25 ਜੀ। ਇੱਥੇ ਕੀ ਹੈ? ਇਹ ਸਵਾਲ ਦਾ ਜਵਾਬ ਮਰੀਅਮ ਯੂਸਫ ਦਾ ਵੀ ਹੋ ਰਿਹਾ। ਚਲੋ, ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਜੀ। ਉਹਨਾਂ ਦੀ ਮਾਤਾ ਮਰੀਅਮ ਦੀ ਮੰਗਣੀ ਯੂਸਫ ਨਾਲ ਹੋਈ ਸੀ। ਮੰਗਣੀ ਹੋਈ ਸੀ? ਹਾਂ, ਅੱਛਾ, ਹਾਂਜੀ। ਪਰ ਮਰੀਅਮ ਅਤੇ ਯੂਸਫ ਦੇ ਵਿਆਹ ਤੋਂ ਪਹਿਲਾਂ ਹੀ ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਇਆ ਅਨੁਭਵ ਕੀਤਾ। ਫਿਰ ਕੀ ਹੋਇਆ? ਯੂਸਫ ਜਿਸ ਨਾਲ ਉਸਦੀ ਮੰਗਣੀ ਹੋਈ ਸੀ ਇੱਕ ਇਨਸਾਫ ਪਸੰਦ ਆਦਮੀ ਸੀ, ਹਾਂਜੀ। ਉਹ ਮਰੀਅਮ ਨੂੰ ਖੁੱਲ੍ਹੇ ਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ। ਹਾਂਜੀ, ਪਰ ਅੱਛਾ, ਇੱਥੇ ਮੰਗੇਤਰ ਨੇ ਮੰਗਣੀ ਹੋ ਗਈ ਹੈ, ਉਹਨੂੰ ਪਤਾ ਲੱਗਿਆ ਇਹ ਗਰਭਵਤੀ ਹੋ ਗਈ ਹੈ, ਇਹ ਤੇ ਮਾੜਾ ਹੀ ਕੰਮ ਹੋ ਗਿਆ। ਹੁਣ ਉਹਨੂੰ ਛੱਡਣ ਦੀ ਇਜਾਜ਼ਤ ਸੀ, ਯਹੂਦੀ ਸੀ, ਉਹਨੂੰ ਛੱਡਣ ਦਾ ਇਰਾਦਾ ਕਰ ਲਿਆ। ਅੱਗੋਂ ਵੇਖੋ ਕੀ ਹੁੰਦਾ ਹੈ। ਹਾਂਜੀ, ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਇੱਕ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ ਦਾਊਦ ਦੀ ਸੰਤਾਨ ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ। ਨਾ ਡਰ? ਹਾਂ, ਆਪਣੀ ਪਤਨੀ ਬਣਾਉਣ ਤੋਂ ਨਾ ਡਰ ਜੀ। ਅੱਗੇ, ਕਿਉਂਕਿ ਜੋ ਕੁਝ ਉਸ ਦੀ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸ ਦਾ ਨਾਂ ਯਿਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਅੱਛਾ, ਹਾਂਜੀ, ਠੀਕ ਹੈ। 20 ਆਇਤ ਦੁਬਾਰਾ ਪੜ੍ਹ ਦੋ ਕਿ ਆਪਣੀ ਬੀਵੀ ਨੂੰ ਆਪਣੇ ਆ ਲਿਆਉਣ ਤੋਂ ਨਾ ਡਰ। ਉਹ ਮੰਗਣੀ ਹੋਈ ਏ, ਹਾਲਾਂਕਿ ਇਕੱਠੇ ਨਹੀਂ ਹੋਏ, ਤੇ ਇਹਦੇ ਵਿੱਚ ਉਹ ਛੱਡ ਸਕਦਾ ਸੀ। ਹਾਂਜੀ, ਇਸ ਲਿਖਿਆ 20 ਲਿਖਿਆ, ਪਰ ਅਜੇ ਉਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਤੇ ਪ੍ਰਭੂ ਦੇ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ,
ਯੂਸਫ ਦਾਊਦ ਦੀ ਸੰਤਾਨ ਮਰੀਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ। ਇਹ ਗੱਲ ਪਤਨੀ ਬਣਾਉਣ ਤੋਂ ਨਾ ਡਰ, ਉਹਨੂੰ ਹਾਲਾ ਲੈ ਕੇ ਉਹਨੇ ਆਣਾ ਸੀ ਤੇ ਪਤਨੀ ਹਾਲੇ ਬਣੀ ਨਹੀਂ ਸੀ ਨਹੀਂ ਮੰਗਣੀ ਵਿੱਚ, ਇਸ ਲਈ ਉਹ ਛੱਡ ਰਿਹਾ ਸੀ। ਹਾਂ, ਤੇ ਹਾਲੇ ਉਹ ਪਤਨੀ ਬਣੀ ਨਹੀਂ ਸੀ। ਨਹੀਂ ਹਾਂਜੀ ਨਹੀਂ, ਪਰ ਉਹ ਮੰਗਿਆ ਹੋ ਜਾਂਦਾ ਹੈ, ਅੰਗੇਜਮੈਂਟ ਹੋ ਜਾਂਦੀ ਹੈ, ਕਹਿਲਾਣਾ ਸ਼ੁਰੂ ਕਰ ਦਿੰਦੇ ਸਨ, ਇੱਥੇ ਲਿਖਿਆ ਹੈ। ਠੀਕ ਹੈ, ਸੋ ਇਹ ਥੋੜਾ ਜਿਹਾ ਸਮਝਣਾ। ਇਕੱਠੇ ਤੇ ਉਹ ਨਹੀਂ ਹੋਏ ਸਨ, ਪਹਿਲੇ ਹੀ ਪ੍ਰਭੂ ਯਿਸੂ ਗਰਭਵਤੀ ਹੋ ਗਈ, ਸੋ ਮੀਆਂ ਬੀਵੀ ਕਹਿਲਾਣੇ ਸ਼ੁਰੂ ਹੋ ਗਏ। ਠੀਕ ਹੈ, ਸੋ ਇਸ ਲਈ ਇਹਦਾ ਇਹ ਜਵਾਬ ਸਾਡੇ ਕੋਲ ਆ ਗਿਆ। ਹੁਣ ਇਹ ਵੇ ਕਿ ਯਿਸੂ ਨੇ ਕੀ ਕਿਹਾ, ਜੇ ਤੇ ਪਹਿਲੇ ਹੈਗਾ ਕਰ ਲਓ, ਪਤਾ ਲੱਗ ਜਾਏ ਕਿ ਇਹਦਾ ਬਈ ਮੰਗਣੀ ਹੋਈ ਹੈ, ਇਹਦੇ ਵਿੱਚ ਕੋਈ ਗੜਬੜ ਹੈ। ਇਸ ਤਰ੍ਹਾਂ ਹੀ ਲੜਕੀ ਵਾਲੇ ਤੇ ਲੜਕੇ ਵਾਲੇ ਵੇਖ ਲੈਂਦੇ ਨੇ ਕਿ ਯਾਰ ਇਹ ਕੀ ਹੈ, ਉਦੋਂ ਇਜਾਜ਼ਤ ਹੈ। ਲੇਕਿਨ ਹੁਣ ਗੱਲ ਉਹਦੇ ਪੁਆਇੰਟ ਤੇ ਆ ਜਾਈਏ ਕਿ ਜਦੋਂ ਇਹ ਵਿਆਹ ਹੋ ਜਾਂਦਾ ਹੈ, ਉਹ ਘਰ ਲੈ ਆਉਂਦੇ ਨੇ, ਸ਼ਾਦੀ ਹੋ ਗਈ ਹੈ ਤੇ ਤੂੰ ਨਹੀਂ ਛੱਡ ਸਕਦਾ, ਪ੍ਰਭੂ ਯਿਸੂ ਕਹਿੰਦੇ ਨੇ। ਕਹਿੰਦੇ ਨੇ ਸ਼ਾਦੀ ਤੋਂ ਬਾਅਦ ਤੇਰੇ ਜਾਂ ਤੇਰੀ ਬੀਵੀ ਦੇ ਵਿੱਚ ਕੁਛ ਵੀ ਹੋ ਜਾਏ, ਹਾਂਜੀ, ਬੀਵੀ ਗੁਨਾਹ ਕਰਦੀ ਹੈ। ਹਾਂਜੀ, ਜਿੱਦਾਂ ਜੀ ਆਪਣਾ ਇਹ ਜਿਹੜਾ ਵਿਆਹ ਦਾ ਹੁੰਦਾ ਹੈ, ਸ਼ਾਦੀ ਦਾ, ਇੱਕ ਕਵਨੈਂਟ ਹੈ। ਹਾਂਜੀ, ਇਹ ਕਵਨੈਂਟ ਹੈ। ਹਾਂਜੀ ਜੀ, ਤੇ ਰੱਬ ਨੇ ਵੀ ਜਿੱਦਾਂ ਆਪਣੇ ਨਾਲ ਇੱਕ ਨੇਮ ਬੰਨਿਆ, ਕਵਨੈਂਟ ਹੁੰਦਾ ਹੈ ਨਾ ਜੀ। ਤੇ ਉਹਦੇ ਵਿੱਚ ਆਪਾਂ ਦੇਖਦੇ ਹੈਗੇ ਆ, ਜਿੱਦਾਂ ਯਿਸੂ ਮਸੀਹ ਖੁਦ ਕਹਿੰਦਾ ਹੈਗਾ ਜੀ, ਵੀ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ ਦੇ ਵਿੱਚ ਉਹ ਚਰਚ ਨੂੰ ਲਿਖ ਰਿਹਾ ਹੈਗਾ, ਇਹ ਕਹਿੰਦਾ ਮੈਂ ਤੁਹਾਨੂੰ ਆਪਣੇ ਮੂੰਹ ਚੋਂ ਕੱਢ ਦੇਵਾਂਗਾ। ਹਾਂਜੀ ਜੀ, ਮਤਲਬ ਰਿਜੈਕਟ ਕਰ ਦੇਵਾਂਗਾ, ਭਾਵੇਂ ਉਹ ਕਵਨੈਂਟ ਵੱਜਾ ਹੋਇਆ ਸੀਗਾ, ਕਿਉਂਕਿ ਉਹ ਸਹੀ ਨਹੀਂ ਸੀ ਚੱਲ ਰਹੇ। ਹਾਂਜੀ, ਕਿਉਂਕਿ ਆਪਣਾ ਵੀ ਯਿਸੂ ਦੇ ਨਾਲ ਆਪਣੀ ਇਹ ਯਿਸੂ ਪਰਮੇਸ਼ਰ ਆਪਾਂ ਨੂੰ ਜਿਹੜੇ ਹੁਣ ਕਿਤੇ ਉਹਨਾਂ ਨੂੰ ਆਪਾਂ ਯਿਸੂ ਦੀ ਦੁਲਹਨ ਕਹਿੰਦੇ ਆਪਾਂ। ਹਾਂਜੀ ਜੀ, ਬਿਲਕੁਲ ਠੀਕ। ਤੇ ਉਹ ਜੋ ਕਿਉਂਕਿ ਰੱਬ ਇੱਦਾਂ ਨਹੀਂ ਹੈਗਾ ਇਨਸਾਨਾਂ ਲਈ ਕਾਨੂੰਨ ਹੋ ਰਿਹਾ, ਤੇ ਰੱਬ ਜਿਹੜਾ ਰਿਸ਼ਤਾ ਉਹ ਰੱਬ ਹਰੇਕ ਲਈ ਸਟੈਂਡਰਡ ਉਹਦਾ ਸੇਮ ਆ। ਹਾਂਜੀ ਬਿਲਕੁਲ। ਤੇ ਉੱਥੇ ਫਿਰ ਉਹ ਮੂੰਹ ਚੋਂ ਕਹਿੰਦਾ ਮੈਂ ਤੁਸੀਂ ਨਹੀਂ ਚੱਲ ਰਹੇ, ਮੈਂ ਤੁਹਾਨੂੰ ਮੂੰਹ ਚੋਂ ਕੱਢ ਦੇਵਾਂਗਾ। ਔਰ ਪੌਲ ਖੁਦ ਕਹਿੰਦਾ ਆ ਮੈਂ ਕਿਤੇ ਆਪਣੀ ਪਿੱਛੇ ਨਾ ਰਹਿ ਜਾਵਾਂ ਸੈਲਵੇਸ਼ਨ ਤੇ ਮੁਕਤੀ ਦੇ ਵਿੱਚ। ਤੇ ਉਹ ਕਵਨੈਂਟ ਜਦ ਉੱਥੇ ਉਹ ਕਹਿੰਦਾ ਮੈਂ ਤੁਹਾਨੂੰ ਆਪਣੇ ਕਿਉਂਕਿ ਕੀ ਸੈਲਵੇਸ਼ਨ ਮਤਲਬ ਇਹਦੇ ਵਿੱਚ ਇਹ ਹੈ ਜੀ ਕਿ ਬੇਵਫਾ ਹੋ ਜਾਣਾ, ਅਨਫੇਥ ਦੀ ਗੱਲ ਹੋ ਰਹੀ ਹੈ। ਹਾਂਜੀ, ਇਹਦੇ ਲਈ ਇੱਕ ਆਇਤ ਪੜ੍ਹ ਦਿਓ, ਦੂਸਰਾ ਤਿਮੋਥੀ, ਹਾਂਜੀ 2 ਦੀ, ਬੜਾ ਸੋਹਣਾ ਸਵਾਲ ਕਰ ਰਹੇ ਹੋ, ਉਹਦੀ 12 ਤੇ 13ਵੀਂ ਆਇਤ ਪਹਿਲੇ ਪੜ੍ਹੋ। ਦੂਜਾ ਤਿਮੋਥੀ 2 ਦੀ 13। ਓਕੇ ਜੀ, ਦੂਜਾ ਤਿਮੋਥੀ 2 ਦੀ 13 ਦੇ ਵਿੱਚ ਲਿਖਿਆ ਹੈ, ਜੇਕਰ ਅਸੀਂ ਅਵਿਸ਼ਵਾਸੀ ਹੀ ਹਾਂ ਤਾਂ ਉਹ ਵਿਸ਼ਵਾਸੀ ਹੀ ਹੈ, ਕਿਉਂਕਿ ਉਹ ਆਪਣਾ ਅਨਾਦਰ ਆਪ ਹੀ ਨਹੀਂ ਕਰ ਸਕਦਾ। ਅੱਛਾ, ਜੇ ਅਸੀਂ ਵਫਾਦਾਰ ਰਹਾਂਗੇ, ਉਹ ਵੀ ਕੀ ਕਹਿੰਦੇ, ਜੇ ਅਸੀਂ ਅਨਾਗਿਆਕਾਰ ਹੋ ਜਾਂਦੇ ਹਾਂ, ਬੇਵਫਾ ਹੋ ਜਾਂਦੇ ਹਾਂ, ਤੇ ਉਹ ਵਫਾਦਾਰ ਰਹਿੰਦਾ ਹੈ। ਅੰਗਰੇਜ਼ੀ 'ਚ ਇਹਨੂੰ ਦੇਖ ਲਓ, ਇਹ ਇੱਥੇ ਦੇਖ ਲਓ ਕਿ ਜੇ ਅਸੀਂ ਉਹਦਾ ਇਨਕਾਰ ਕਰਾਂਗੇ ਤੇ ਉਹ ਕਰੇਗਾ, ਲੇਕਿਨ ਅਗਰ ਭੁੱਲ ਚੁੱਕ ਹੋ ਜਾਂਦੀ ਹੈ ਤੇ ਉਹ ਉਧਰ ਪੜ੍ਹ ਦੇਣਾ। ਜੀ ਜੀ ਜੀ, ਇੰਗਲਿਸ਼ ਵਿੱਚ ਪੜ੍ਹ ਦਿਓ, ਕਿਉਂਕਿ ਇਹ ਵੇ ਕਿ ਉਰਦੂ 'ਚ ਲਿਖਿਆ ਹੈ ਅਗਰ ਹਮ ਬੇਵਫਾ ਹੋ ਜਾएंगे तो वो भी वफादार रहेगा। ਉਹ ਨਹੀਂ ਹੁਣ ਦੇਖੋ ਨਾ, ਬੱਚਾ ਇੱਕ ਘਰ ਹੀ ਡਿੱਗ ਪਏ ਉਹਨੂੰ ਬਾਹਰ ਤੇ ਨਹੀਂ ਸੁੱਟ ਦਿੰਦੇ ਨਾ। ਸੋ ਇਹ ਜੇ ਉਹਦਾ ਇਨਕਾਰ ਕਰਾਂਗੇ ਫਿਰ ਉਹ ਕਰੇਗਾ। ਇੱਥੇ ਵਫਾਦਾਰੀ ਦੀ ਗੱਲ ਆ ਰਹੀ ਹੈ, ਫੇਥਫੁਲਨੈਸ ਦੀ। ਬੰਦਾ ਕੁਰਾਏ ਪੈ ਆ ਜਾਂਦਾ ਹੈ, ਲੇਕਿਨ ਫਿਰ ਵੀ ਉਹ ਉਹਨੂੰ ਦਰਵਾਜ਼ਾ ਨਹੀਂ ਬੰਦ ਕਰਦਾ। ਸੋ ਇੱਥੇ ਕੁਝ ਆਇਤਾਂ ਇਹ ਬੜੀਆਂ ਵਧੀਆ ਨੇ ਕਿ ਅਸੀਂ ਇਹ ਵੇਖ ਲਈਏ ਕਿ ਫਿਰ ਇਹ ਕੀ ਕਿਹਾ ਯਿਸੂ ਨੇ ਕਿ ਬਈ ਕੁਝ ਵੀ ਹੋ ਜਾਏ ਤੇ ਤੁਸੀਂ ਨਹੀਂ ਕਰ ਸਕਦੇ। ਚਲੋ ਇੱਥੇ ਦੇਖੋ, ਇਹ ਜਿਹੜਾ ਕੀ ਅਸੀਂ ਗੱਲ ਕਰ ਰਹੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਉਹ ਅਸਲ ਵਿੱਚ ਉਦੋਂ ਕੀ ਕਰ ਰਹੇ ਸਨ, 4-5 ਨੂੰ ਵਿਆਹ ਕਰਕੇ ਛੱਡਣ ਦੇ ਸਨ। ਸੋ ਇਹ ਖੁਦਾਵੰਦ ਯਿਸੂ ਮਸੀਹ ਨੇ ਕੁਝ ਵਚਨ ਵਿੱਚ ਬੋਲਿਆ ਤੇ ਉਹਦੇ ਪਲੀਜ਼ ਕੱਢੋ, ਹੈ ਨਾ। ਕਿਹੜਾ ਜੀ? ਸੋ ਇੱਥੇ ਇਹ ਮੈਂ ਦੇਖ ਰਿਹਾ ਸਾਂ ਕਿ ਇਹ
ਤੁਸੀਂ ਇੰਜ ਕਰੋ ਕਿ ਇਹ ਵੇਖੋ ਕਿ ਮਤੀ 19:9 ਦੇ ਵਿੱਚ ਇੱਥੇ ਫਿਰ ਓਰੀਜਨਲ ਬਾਈਬਲ ਦੇ ਵਿੱਚ ਪੋਰਨੇ ਇਸਤੇਮਾਲ ਹੋਇਆ ਹੈ। ਮਤੀ ਮੈਂ ਆਪਾਂ ਬੁੱਕ ਆਪਣੇ ਕੱਢ ਲੈਣੀ ਸੀ, ਕਿੰਗ ਜੇਮਸ ਕੱਢ ਲੈਣੀ ਸੀ। ਹਾਂਜੀ ਹਾਂਜੀ, ਉਹਦੇ ਵਿੱਚ ਥੋੜਾ ਹੋਰ ਕਲੀਅਰ ਹੋ ਜਾਏਗਾ। ਭਾਈ ਹਰਾਮਕਾਰੀ ਦੀ ਵਜ੍ਹਾ ਨਾਲ ਕਰ ਸਕਦੇ ਹੋ, ਹਾਂਜੀ, ਤਲਾਕ ਦੇ ਸਕਦੇ ਹੋ। ਹਾਂਜੀ ਹਾਂਜੀ। ਤੇ ਜਿਹੜੀ ਇਹ ਹਾਂ ਇੱਕ ਗੱਲ ਇਹ ਕਿ ਬਾਈਬਲ ਇਹ ਸਾਨੂੰ ਦੱਸਦੀ ਹੈ ਕਿ ਆਪਸ ਵਿੱਚ ਜੇ ਨਹੀਂ ਬਣਦੀ ਤੇ ਸੈਪਰੇਸ਼ਨ ਹੋ ਸਕਦੀ ਹੈ। ਕੀ ਹੋ ਸਕਦੀ ਹੈ? ਸੈਪਰੇਸ਼ਨ ਹੋ ਸਕਦੀ ਹੈ ਕਿ ਤੁਸੀਂ ਵਿਆਹ ਤੇ ਨਹੀਂ ਕਰ ਸਕਦੇ ਲੇਕਿਨ ਸੈਪਰੇਸ਼ਨ ਹੋ ਸਕਦੀ ਹੈ। ਉਹ ਜਿਸ ਤਰੀਕੇ ਨਾਲ ਕਹਾਵਤਾਂ 21:19 ਤੇ 26:24 ਪ੍ਰੋਵਰਬਸ ਇਮਸਾਲ 21:19 ਤੇ 26:24 ਸੈਪਰੇਸ਼ਨ ਹੋ ਸਕਦੀ ਹੈ ਕਿ ਉਹ ਅਲੱਗ ਰਹਿ ਸਕਦੇ ਨੇ ਪਰ ਵਿਆਹ ਨਾ ਕਰਾਉਣ ਹੈ, ਨਹੀਂ ਤਲਾਕ ਨਹੀਂ ਦੇ ਸਕਦੇ। ਅੱਛਾ, ਇਹ ਅੱਗੇ ਬੜੀਆਂ ਕੰਡੀਸ਼ਨਸ ਨੇ। ਬੜਾ ਅੱਛਾ ਤੁਸੀਂ ਸਵਾਲ ਕਰ ਰਹੇ ਹੋ। ਇਹ ਸਾਰਿਆਂ ਦੇ ਜਵਾਬ ਬਾਈਬਲ ਵਿੱਚ ਆਉਣਗੇ। ਹੋ ਸਕਦਾ ਹੈ ਉਹ 36 ਮਿੰਟ ਹੋ ਗਏ ਤੁਹਾਡੇ। ਹਾਂ ਬਸ ਕਰੀ ਜੀ ਆਪਾਂ ਹਾਂਜੀ ਅੱਗੇ ਚਲਾਂਗੇ, ਜਾਰੀ ਰੱਖਾਂਗੇ। ਇੱਕ ਪਾਠ ਫਿਰ ਦੂਸਰਾ ਪਾਠ ਫਿਰ ਇਹਦਾ ਕਰ ਲਾਂਗੇ ਜੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਇਸ ਬਚਨ ਦੇ ਲਈ, ਆਪ ਦੀ ਗਾਈਡੈਂਸ ਦੇ ਲਈ। ਜੋ ਕੁਝ ਵੀ ਆਪ ਦੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਰਾ ਯਿਸੂ ਮਸੀਹ ਦੇ ਪਵਿੱਤਰ ਰੂਹ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।